ਸਾਡੇ ਨਾਲ ਮਨਪ੍ਰੀਤ ਸਿੰਘ ਬੇਦੀ ਜੀ ਹੈਗੇ ਨੇ, ਡਾਇਰੈਕਟਰ ਟੈਕੀ ਸੇਜ ਦੇ। ਤੇ ਸਰ, ਤੁਸੀਂ ਜਾਣ ਤੋਂ ਪਹਿਲੇ US ਜਾਣ ਤੋਂ ਪਹਿਲੇ ਸਾਡੇ ਨਾਲ ਪ੍ਰੋਮਿਸ ਕੀਤਾ ਸੀ ਸਾਡੇ ਸਟੂਡੈਂਟਸ ਨੂੰ ਕਿ ਤੁਸੀਂ ਉੱਥੇ ਜਾਓਗੇ, ਉਧਰੋਂ ਆ ਕੇ ਮਤਲਬ ਆਪਣਾ ਸਾਰਾ ਐਕਸਪੀਰੀਅੰਸ ਸ਼ੇਅਰ ਕਰੋਗੇ ਸਾਡੇ ਸਟੂਡੈਂਟਸ ਦੇ ਨਾਲ, ਡਿਜੀਟਲ ਮਾਰਕੀਟਿੰਗ, ਗ੍ਰਾਫਿਕਸ ਐਂਡ ਐਵਰੀਥਿੰਗ। ਤੇ ਤੁਸੀਂ ਥੋੜਾ ਲੇਟ ਵੀ ਹੋ ਗਏ ਤੇ ਅਸੀਂ ਮਤਲਬ ਸਾਡੇ ਸਟੂਡੈਂਟਸ ਵੀ ਕਾਫੀ ਵੇਟ ਕਰ ਰਹੇ ਸੀ ਕਿ ਮਤਲਬ they are actually waiting for your videos and ki they need to learn a lot from what all you have to tell them। ਸੋ ਅੱਜ ਅਸੀਂ ਤੁਹਾਡੇ ਨਾਲ ਇੰਟਰੈਕਟ ਕਰਾਂਗੇ ਤੇ ਤੁਹਾਡੇ ਨਾਲੋਂ ਤੁਹਾਡਾ ਐਕਸਪੀਰੀਅੰਸ ਅਸੀਂ ਮਤਲਬ ਸ਼ੇਅਰ ਕਰਨਾ ਚਾਹੁੰਦੇ ਹਾਂ ਆਪਣੇ ਸਟੂਡੈਂਟਸ ਦੇ ਨਾਲ। ਤੇ ਸਰ, ਤੁਹਾਡਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੈਗਾ ਸੀ US ਦਾ? ਪਲੀਜ਼। ਪਹਿਲਾਂ ਤੇ ਵੀਡੀਓ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਮਨਪ੍ਰੀਤ ਬੇਦੀ। ਜਿਵੇਂ ਮੈਡਮ ਨੇ ਗੱਲ ਕੀਤੀ ਹੈ ਉਹ ਸਹੀ ਗੱਲ ਹੈ ਕਿ ਮੈਂ ਅਕਤੂਬਰ ਵਿੱਚ ਅਮਰੀਕਾ ਗਿਆ ਸੀਗਾ ਤੇ ਮੇਰਾ ਜਾਣ ਦਾ ਜਿਹੜਾ ਮੇਨ ਪਰਪਸ ਸੀਗਾ ਉਹ ਇਹ ਸੀਗਾ ਕਿ ਅਡੋਬੇ ਦਾ ਇਵੈਂਟ ਸੀਗਾ ਜਿਹੜਾ ਵਰਲਡ ਵਾਈਡ ਕੈਲੀਫੋਰਨੀਆ ਲਾਸ ਐਂਜਲਸ ਵਿੱਚ ਲੱਗਿਆ ਸੀਗਾ। ਕਨਵੈਨਸ਼ਨ ਸੈਂਟਰ ਇਵੈਂਟ ਹੋਇਆ ਸੀਗਾ ਤੇ ਥਰੂ ਆਊਟ ਵਰਲਡ 6000 ਲੋਕ ਸੀਗੇ ਉੱਥੇ ਜਿਨ੍ਹਾਂ ਨੇ ਉਹ ਇਵੈਂਟ ਲਗਾਇਆ ਸੀ। ਤਾਂ ਮੇਰਾ ਮੇਨ ਮੋਟਿਵ ਇਹ ਸੀ ਕਿ ਮੈਂ ਡਿਜੀਟਲ ਵੈਬ ਗ੍ਰਾਫਿਕਸ ਕਾਫੀ ਟਾਈਮ ਤੋਂ ਟ੍ਰੇਨਿੰਗ ਔਰ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਮਾਰਕੀਟ ਦੇ ਵਿੱਚ। ਲੇਕਿਨ ਹੋ ਕੀ ਰਿਹਾ ਸੀ ਕਿ ਇੱਕ ਸਟੇਜ ਆ ਗਈ ਸੀ ਬੱਚਿਆਂ ਦੀ ਜਿੱਥੇ ਜੌਬ ਓਰੀਐਂਟੇਸ਼ਨ ਦਾ ਕੰਸਰਨ ਬਹੁਤ ਜ਼ਿਆਦਾ ਨਿਕਲ ਕੇ ਆ ਰਿਹਾ ਸੀ ਕਿ ਬੱਚੇ ਸਿੱਖ ਰਹੇ ਸੀ ਲੇਕਿਨ ਉਹ ਜੌਬ ਓਰੀਐਂਟਡ ਨਹੀਂ ਹੋ ਰਹੇ ਸੀ। ਜਾਂ ਕੋਵਿਡ ਤੋਂ ਬਾਅਦ ਜਿਹੜੇ ਕੰਸਟ੍ਰੇਂਟ ਆਏ ਸੀ ਵੀ ਬੱਚੇ ਦਾ ਮੇਨ ਸਵਾਲ ਇਹ ਹੁੰਦਾ ਸੀ ਕਿ ਉਹਨੂੰ ਇੰਟਰਨੈਸ਼ਨਲੀ ਪਲੇਟਫਾਰਮ ਚਾਹੀਦਾ, ਬਾਹਰੋਂ ਕੰਮ ਚਾਹੀਦਾ ਹੈਗਾ। ਸੋ ਦੈਟ ਵਾਜ਼ ਦ ਰੀਜ਼ਨ ਮੈਂ ਇਹੀ ਸੋਚਿਆ ਕਿ ਇੱਕ ਮੇਰੇ ਕੋਲ ਗੋਲਡਨ ਓਪਰਚੁਨਿਟੀ ਹੈ, ਮੈਂ ਅਵੇਲ ਕਰਾਂ। ਤੇ ਮੈਂ ਫਿਰ ਅਕਤੂਬਰ ਮਿਡ ਵਿੱਚ ਮੈਂ US ਗਿਆ, ਮੈਂ ਉੱਥੋਂ ਟ੍ਰੇਨਿੰਗਸ ਲਈਆਂ ਹੈ ਔਰ ਬਹੁਤ ਅੱਛਾ ਉਹਦਾ ਰਿਜ਼ਲਟ ਆਇਆ ਹੈ ਮੇਰੇ ਲਈ, ਮੇਰੀ ਅਪਗ੍ਰੇਡੇਸ਼ਨ ਨੂੰ ਲੈ ਕੇ। ਸਿੰਸ ਮੈਂ DIT ਹਾਂ, ਮੈਂ PGDIT, ਮੈਂ MBIT, ਮੈਂ ਆਲਰੇਡੀ ਕੁਆਲੀਫਾਈਡ ਹਾਂ। ਔਰ ਪਲੱਸ ਪੁਆਇੰਟ ਇਹ ਹੋ ਗਿਆ ਵੀ US ਜਾਣ ਨਾਲ ਮੈਨੂੰ ਉੱਥੇ ਅਡੋਬੇ ਨਾਲ ਮੇਰਾ ਟਾਈਪ ਹੋ ਗਿਆ। ਹੁਣ ਅਡੋਬੇ ਦਾ ਟਾਈਪ ਦਾ ਲੌਜਿਕ ਕੀ ਨਿਕਲ ਕੇ ਆਇਆ ਕਿ ਅੱਜ ਜੇ ਫੋਟੋਸ਼ਾਪ ਦੀ ਗੱਲ ਕਰੋ, ਜੇ ਇਲਸਟ੍ਰੇਟਰ ਦੀ ਗੱਲ ਕਰੋ, ਪ੍ਰੀਮੀਅਰ ਪ੍ਰੋ ਦੀ ਗੱਲ ਕਰੋ, ਆਫਟਰ ਇਫੈਕਟਸ ਦੀ ਗੱਲ ਕਰੋ, ਐਨੀਮੇਟ ਦੀ ਗੱਲ ਕਰੋ, ਆਡੀਸ਼ਨ ਦੀ ਗੱਲ ਕਰੋ, ਡ੍ਰੀਮ ਵੀਵਰ ਦੀ ਗੱਲ ਕਰੋ, ਇਹ ਸਾਰੇ ਪ੍ਰੋਡਕਟ, ਲਾਈਟ ਰੂਮ ਦੀ ਗੱਲ ਕਰੋ, ਸਾਰੇ ਪ੍ਰੋਡਕਟ ਅਡੋਬੇ ਦੇ ਹਨ। ਹੁਣ ਟੈਕੀ ਸੇਜ ਆਥੋਰਾਈਜ਼ਡ ਟ੍ਰੇਨਿੰਗ ਐਂਡ ਐਗਜ਼ਾਮੀਨੇਸ਼ਨ ਸੈਂਟਰ ਬਣ ਚੁੱਕਿਆ ਹੈ ਅਡੋਬੇ ਦਾ ਐਂਡ ਆਈ ਐਮ ਦ ਪ੍ਰੋਕਟਰ ਫॉर ਦ ਅਡੋਬੇ। ਔਰ ਗੁੱਡ ਨਿਊਜ਼ ਇਹ ਹੈ ਕਿ ਕੱਲ ਹੀ ਮੇਰੀ ਇੱਕ ਅਡੋਬੇ ਦੀ ਸਰਟੀਫਿਕੇਸ਼ਨ ਕੰਪਲੀਟ ਹੋਈ ਹੈ। ਹੁਣ ਉਹ ਅਡੋਬੇ ਦੀ ਸਰਟੀਫਿਕੇਸ਼ਨ ਮੇਰੇ ਲਈ ਕੰਪਲੀਟ ਕਰਨਾ ਇਸ ਲਈ ਜ਼ਰੂਰੀ ਸੀ ਬਿਕੋਜ਼ ਆਈ ਐਮ ਇਨਟੂ ਟ੍ਰੇਨਿੰਗ। ਤਾਂ ਮੈਂ ਬੱਚਿਆਂ ਨੂੰ ਜੋ ਟ੍ਰੇਨਿੰਗ ਦੇ ਰਿਹਾ ਤਾਂ ਮੈਂ ਕਿੱਥੇ ਨਾ ਕਿੱਥੇ ਇਹ ਫੀਲ ਕਰ ਰਿਹਾ ਸੀ ਕਿ ਬੱਚਾ ਇੰਟਰਨੈਸ਼ਨਲ ਪਲੇਟਫਾਰਮ ਤੇ ਆਪਣੇ ਆਪ ਨੂੰ ਸਟੈਂਡ ਨਹੀਂ ਕਰ ਪਾ ਰਿਹਾ। ਤਾਂ ਬੜਾ ਸਿੰਪਲ ਲੌਜਿਕ ਹੈ ਕਿ ਤੁਹਾਡੀ ਕੁਆਲੀਫਿਕੇਸ਼ਨ ਜਿਹੜੀ ਹੈ ਉਹਦੀ ਸਰਟੀਫਿਕੇਸ਼ਨ ਮੈਂਡੇਟਰੀ ਹੁੰਦੀ ਹੈ। ਤਾਂ ਹੁਣ ਮੈਂ ਕੀ ਕਰ ਰਿਹਾ ਕਿ ਜੋ ਮੇਰੇ ਕੋਰਸਿਸ ਮੇਰੇ ਕੋਲ ਬੱਚਾ ਕਰ ਰਿਹਾ, ਚਾਹੇ ਸਪੋਜ਼ ਕਰੋ ਕਿ ਫੋਟੋਸ਼ਾਪ ਕਰ ਰਿਹਾ, ਕੋਈ ਇਲਸਟ੍ਰੇਟਰ ਕਰ ਰਿਹਾ, ਤਾਂ ਮੈਂ ਜੋ ਬੱਚੇ ਨੂੰ ਸੈਸ਼ਨ ਦੇ ਰਿਹਾ, ਆਨਲਾਈਨ ਦੇ ਰਿਹਾ, ਆਫਲਾਈਨ ਦੇ ਰਿਹਾ, ਉਸ ਸੈਸ਼ਨ ਵਿੱਚ ਮੇਰਾ ਬੱਚਾ ਜਿਹੜਾ ਹੈਗਾ ਉਹ ਆਲਰੇਡੀ ਇਹ ਸਰਟੀਫਿਕੇਸ਼ਨ ਦੇ ਲਈ ਅਨਟਾਈਟਲ ਹੋ ਗਿਆ। ਅਨਟਾਈਟਲ ਇਨ ਦਾ ਸੈਂਸ ਕਿ ਅਡੋਬੇ ਕੀ ਕਰ ਰਿਹਾ ਕਿ ਅਡੋਬੇ ਤੁਹਾਨੂੰ ਟ੍ਰੇਨਿੰਗ ਲੈਸਨ ਦੇ ਚਾਰजेस ਅਲੱਗ ਲੈ ਰਿਹਾ ਹੈ ਕਿ ਤੁਹਾਨੂੰ ਐਗਜ਼ਾਮ ਟ੍ਰੇਨਿੰਗ ਦੇ ਸੈਸ਼ਨ ਦੇ ਰਿਹਾ, 5 ਸੈਸ਼ਨ ਦੇ ਰਿਹਾ, ਪਲੱਸ ਅਡੋਬੇ ਐਗਜ਼ਾਮੀਨੇਸ਼ਨ ਦੀ ਕਾਸਟ ਅਲੱਗ ਲੈ ਰਿਹਾ। ਲੇਕਿਨ ਹੁਣ ਤੁਹਾਡੇ ਜਿੰਨੇ ਵੀ ਸਟੂਡੈਂਟ ਸੁਣ ਰਹੇ ਹਨ, ਦੇਖ ਰਹੇ ਹਨ, ਤਾਂ ਉਹਦੇ 'ਚ ਇੱਕ ਪੁਆਇੰਟ ਨਿਕਲ ਕੇ ਆਇਆ ਕਿ ਹੁਣ ਮੇਰੇ ਬੱਚਿਆਂ ਨੂੰ ਐਕਸਟਰਾ ਚਾਰजेस ਦੇਣ ਦੀ ਲੋੜ ਨਹੀਂ ਪਏਗੀ। ਉਹ ਸਿਰਫ ਅਡੋਬੇ ਸਰਟੀਫਿਕੇਸ਼ਨ ਲਈ ਮੈਨੂੰ ਪੇ ਕਰਨਗੇ ਔਰ ਉਹਨਾਂ ਦਾ ਐਗਜ਼ਾਮ ਮੇਰੇ ਸੈਂਟਰ ਹੀ ਹੋ ਜਾਏਗਾ। ਜੇ ਕੋਈ ਲੋਕਲ ਨਹੀਂ ਹੈਗਾ ਤਾਂ ਮੈਂ ਉਹਦਾ ਆਨਲਾਈਨ ਕੰਡਕਟ ਕਰਾ ਦਾਂਗਾ। ਸਿੰਸ ਆਈ ਐਮ ਅ ਪ੍ਰੋਕਟਰ ਫॉर ਅਡੋਬੇ ਤਾਂ ਮੇਰੇ ਕੋਲ ਸਾਰਾ ਸੈਟਅਪ, ਇਨਫਰਾ, A to Z ਐਵਰੀਥਿੰਗ ਹੈ ਕਿ ਜੇ ਬੱਚਾ ਆਪਣੇ ਨਹੀਂ ਲੋਕਲ ਹੈ ਜਾਂ ਨਹੀਂ ਮੇਰੇ ਸੈਂਟਰ ਆ ਸਕਦਾ ਤਾਂ ਮੈਂ ਉਹਦਾ ਆਨਲਾਈਨ ਪ੍ਰੋਵੀਜ਼ਨ ਸੈੱਟ ਕਰ ਦਾਂਗਾ ਕਿ ਉਹ ਉੱਥੇ ਬੈਠ ਕੇ ਕਰ ਪਾਏਗਾ। ਜਿਵੇਂ ਮੇਰੇ ਕੋਲ ਆਨਲਾਈਨ ਦੇ ਵਿੱਚ ਕੈਨੇਡਾ ਤੋਂ ਸਟੂਡੈਂਟਸ ਹੈ, ਦੁਬਈ ਤੋਂ ਹੈ, ਨਿਊਜ਼ੀਲੈਂਡ ਤੋਂ ਹੈ ਜੋ ਮੇਰੇ ਤੋਂ ਆਨਲਾਈਨ ਕਲਾਸਿਸ ਲੈ ਰਹੇ ਹਨ, ਤਾਂ ਉਹਨਾਂ ਦੇ ਜਿਹੜੇ ਐਗਜ਼ਾਮ ਦਾ ਮਾਡਲ ਹੈ ਉਹ ਉੱਥੇ ਹੀ ਬੈਠ ਕੇ ਦੇ ਪਾਣਗੇ। ਉਹਦੀ ਸੈਟਿੰਗ ਸੈਟਅਪ ਸਾਰਾ ਮੈਂ ਕਰਾਂਗਾ। ਓਕੇ। ਤੇ ਸਰ, ਤੁਹਾਨੂੰ ਕੀ ਲੱਗਦਾ ਹੈ ਕਿ ਇੱਧਰ ਦੇ ਸਟੈਂਡਰਡਸ ਵਿੱਚ ਤੇ US ਦੇ ਸਟੈਂਡਰਡਸ ਵਿੱਚ ਮਤਲਬ ਕਿ ਅਸੀਂ ਕਿੱਥੇ ਲੈਕ ਕਰਦੇ ਹੈਗੇ ਹਾਂ? ਮਤਲਬ ਸਾਡੇ ਸਟੂਡੈਂਟਸ ਮਤਲਬ ਕਿਉਂਕਿ ਇਹ ਬਹੁਤ ਵੱਡੀ ਸਰਟੀਫਿਕੇਸ਼ਨ ਹੈਗੀ ਹੈ, ਇਹ ਮਤਲਬ no common man can actually achieve this kind of certification। ਬੇਸਿਕਲੀ ਜੋ ਮਾਰਕੀਟ ਸਿਨੈਰੀਓ ਅੱਜ ਵਰਕ ਕਰ ਰਿਹਾ, ਤੁਸੀਂ Amazon ਦਾ ਸੁਣਿਆ ਵੀ 18,000 ਪਹਿਲਾਂ ਉਹਨਾਂ ਨੇ ਕੱਢ ਦਿੱਤੇ, 10,000 ਹੋਰ, 28,000 ਲੇਆਫਸ ਹੋਈਆਂ। ਤਾਂ ਹੁਣ ਮੇਨ ਕ੍ਰਾਈਟੇਰੀਆ ਜਿਹੜਾ ਕੋਵਿਡ ਤੋਂ ਬਾਅਦ ਨਿਕਲ ਕੇ ਬੜਾ ਸਿੰਪਲ ਜਿਹਾ
ਤਾਂ ਮੈਂ ਬੱਚਿਆਂ ਨੂੰ ਵੀ ਇਹ ਚੀਜ਼ ਸਮਝਾਉਣਾ ਕਿ ਜਦ ਤੁਸੀਂ ਵਰਕਿੰਗ ਕਰ ਰਹੇ ਹੋ ਤਾਂ ਵਰਕਿੰਗ ਜਿਹੜੀ ਤੁਹਾਡੀ ਜੌਬ ਹੈ ਉਹ ਤੁਹਾਡੇ ਦੋ ਟਾਈਟਲਸ ਹੈ ਉਸ ਜੌਬ ਦੇ ਵਿੱਚ, ਇੱਕ ਹੈਗਾ ਲਾਇਬਿਲਿਟੀ, ਇੱਕ ਹੈਗਾ ਐਸੈਟ। ਹੁਣ ਜੇ ਤੁਸੀਂ ਕਿਸੇ ਕੰਪਨੀ ਲਈ ਕਿਸੇ ਫਰਮ ਲਈ ਕੰਮ ਕਰ ਰਹੇ ਹੋ ਤਾਂ ਜੇ ਉਹਨਾਂ ਦੀ ਐਸੈਟ ਹੋ, ਐਸੈਟ ਮੀਨਸ ਕੰਪਨੀ ਨੂੰ ਡਰ ਹੈ ਵੀ ਤੁਸੀਂ ਛੱਡ ਕੇ ਜਾਓਗੇ ਤਾਂ ਸਾਡਾ ਨੁਕਸਾਨ ਹੈ, ਔਰ ਲਾਇਬਿਲਿਟੀ ਦਾ ਮਤਲਬ ਕੀ ਹੈ ਕਿ ਤੁਸੀਂ ਉਹਨਾਂ ਲਈ ਬੋਝ ਹੈਗੇ ਹੋ। ਤਾਂ ਹੁਣ ਹੋ ਕੀ ਰਿਹਾ ਕਿ ਇੱਕ ਕਨਸੈਪਟ ਜਿਹੜਾ ਆਟੋਮੇਸ਼ਨ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਆ ਰਿਹਾ, ਤਾਂ ਉਹਦੇ ਚ ਲੇ-ਆਫਸ ਹੋਣਗੀਆਂ। ਬਟ ਪ੍ਰੋਬਲਮ ਸਭ ਤੋਂ ਵੱਡੀ ਕੀ ਹੈ ਕਿ ਬੱਚਿਆਂ ਦੀ ਜਿਹੜੀ ਅਪਰੋਚ ਹੈ ਉਹ ਟ੍ਰੈਡੀਸ਼ਨਲ ਹੈ ਅੱਜ ਵੀ, ਕਿ ਅਸੀਂ ਟੈਕਨੀਕਲੀ ਸਾਊਂਡ ਹੋ ਜਾਈਏ ਤੇ ਰੋਟੀ ਜੋਗੇ ਹੋ ਗਏ ਚੱਲ ਗਿਆ। ਲੇਕਿਨ ਉਹਨਾਂ ਨੂੰ ਪ੍ਰੋਬਲਮ ਕੀ ਆ ਰਹੀ ਕਿ ਉਹਨਾਂ ਨੇ ਅਪਗ੍ਰੇਡੇਸ਼ਨ ਰੋਕਤੀ ਹੈ ਤਾਂ ਸਟੈਗਨੈਂਟ ਹੋ ਗਏ, ਉਹਦਾ ਉਹਨਾਂ ਨੂੰ ਬਹੁਤ ਨੈਗੇਟਿਵ ਇੰਪੈਕਟ ਆ ਰਿਹਾ ਕਿ ਮਾਰਕੀਟ ਜਦ ਲੇ ਆਫ ਕਰਨ ਲਈ ਆ ਰਹੀ ਉਹ ਦੇਖਦੇ ये बच्चा क्वालिफाइड नहीं है, ये बच्चा सर्टिफाइड नहीं है तो इसको हटाओ। ਤਾਂ ਉਹ ਚੀਜ਼ ਮੈਂ ਇਹ ਦੇਖੀ ਹੈ ਕਿ ਮੈਂ ਬੱਚਿਆਂ ਨੂੰ I was satisfied, I taught more than 15,000 students, ਤਾਂ ਮੈਂ ਇਹ ਸੋਚ ਕੇ ਚੱਲ ਰਿਹਾ ਸੀ ਕਿ ਮੇਰਾ ਬੱਚਾ ਪ੍ਰੈਕਟੀਕਲ ਸਾਊਂਡ ਹੋ ਰਿਹਾ ਤਾਂ ਬਹੁਤ ਵੱਡੀ ਅਚੀਵਮੈਂਟ ਹੈ। ਲੇਕਿਨ ਉਹ US ਜਾ ਕੇ ਮੈਨੂੰ ਕਾਫੀ ਚੀਜ਼ਾਂ ਕਲੀਅਰ ਹੋਈਆਂ ਕਿ ਪ੍ਰੈਕਟੀਕਲ ਨੋ ਹਾਊ ਇਜ਼ ਵਨ ਪਾਰਟ, ਔਰ ਮਾਸਿਸ ਦੇ ਅੰਦਰ ਜੇ ਤੁਸੀਂ ਕੋਈ ਪਲੇਟਫਾਰਮ ਲੈਣਾ ਹੈ, ਕੋਈ ਪੋਜੀਸ਼ਨ ਲੈਣੀ ਹੈ ਤਾਂ ਸਰਟੀਫਿਕੇਸ਼ਨਸ ਉੱਥੇ ਬਹੁਤ ਜ਼ਿਆਦਾ ਰੋਲ ਪਲੇ ਕਰਦੀ। ਓਕੇ, ਹਾਂਜੀ। ਤੇ ਸਰ ਸਾਡਾ ਮਤਲਬ ਹੁਣ ਫਿਰ ਮਤਲਬ ਸਾਡੇ ਸਟੂਡੈਂਟਸ ਨੂੰ ਵੀ ਆਪਣਾ ਥੋੜਾ ਜਿਹਾ ਮਾਈਂਡਸੈਟ ਜੋ ਹੈਗਾ ਮਤਲਬ ਉਹ ਇੰਟਰਨੈਸ਼ਨਲ ਲੈਵਲ ਲਈ ਵੀ ਤਿਆਰ ਕਰਨਾ ਪਏਗਾ। ਵੈਰੀ ਟਰੂ। ਕਿ ਐਂਡ ਦਿਸ ਇਜ਼ I believe ਕਿ this is a very good opportunity now for our students because they can actually approach you now very easily. But they don't have to go to US or they don't have to get the certifications done from there. Agreed. So ਮੈਨੂੰ ਲੱਗਦਾ ਹੈ ਕਿ ਮਤਲਬ ਹੁਣ ਸਟੂਡੈਂਟਸ ਲਈ ਬਹੁਤ ਅੱਛੀ ਓਪਰਚੁਨਿਟੀ ਹੈਗੀ ਹੈ ਕਿ ਉਹ ਤੁਹਾਡੇ ਮਤਲਬ ਵੀਡੀਓ ਦੇ ਥਰੂ ਮਤਲਬ ਅਵੇਅਰਨੈਸ ਕ੍ਰੀਏਟ ਵੀ ਕਰਨ ਤੇ ਖੁਦ ਵੀ ਤੁਹਾਨੂੰ ਅਪਰੋਚ ਕਰਨ ਤੇ ਆਪਣੇ ਕੈਰੀਅਰ ਨੂੰ ਮਤਲਬ ਬਹੁਤ ਅੱਛਾ ਐਕਸਪਰਟੀਜ਼ ਵੀ ਲੈ ਕੇ ਆਣ ਕਿ ਉਹ ਕੱਲ ਮਤਲਬ ਬਹੁਤ ਅੱਛੇ ਤਰੀਕੇ ਨਾਲ ਮਤਲਬ ਆਪਣੇ ਕੈਰੀਅਰ ਵਿੱਚ ਮਤਲਬ ਬਹੁਤ ਅੱਛਾ ਗਰੂਮ ਕਰ ਸਕਦੇ ਹਨ। ਵੈਰੀ ਟਰੂ। ਹੁਣ ਪੁਆਇੰਟ ਇਹ ਹੈਗਾ ਕਿ ਜੇ ਮੈਂ ਹੁਣ ਸਰਟੀਫਿਕੇਸ਼ਨ ਦੀ ਗੱਲ ਕਰ ਰਿਹਾ ਤਾਂ ਮੈਂ ਐਮਫੈਸਿਸ ਸਰਟੀਫਿਕੇਸ਼ਨ ਤੇ ਨਹੀਂ ਰੱਖਣਾ ਚਾਹੁੰਦਾ ਬਿਕੋਜ਼ देयर आर सर्टेन स्टूडेंट्स हु आर हैंड टू माउथ ਜਿਨ੍ਹਾਂ ਨੂੰ ਫੀਸ ਦਾ ਇਸ਼ੂ ਹੈ, ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਹੈ। ਤਾਂ ਮੈਂ ਕਰ ਕੀ ਰਿਹਾ ਕਿ ਜੋ ਮੈਂ ਡਿਲੀਵਰੈਂਸ ਦੇ ਰਿਹਾ, ਨੋ ਡਾਊਟ ਸਰਟੀਫਿਕੇਸ਼ਨ ਦੀ ਕਾਸਟ ਵੀ ਲੈ ਕੇ ਆ ਰਹੀ ਹੈ, ਬਟ ਜਿਹੜਾ ਬੱਚਾ ਮੇਰੇ ਕੋਲ ਪੜ ਰਿਹਾ ਹੈ ਉਹਦਾ ਲੈਵਲ ਜਿਹੜਾ ਹੈ ਉਹ ਸਰਟੀਫਾਈਡ ਪ੍ਰੋਫੈਸ਼ਨਲ ਦਾ ਲੈਵਲ ਹੋਏਗਾ। ਔਰ ਮੈਂ ਇਹ ਕਦੀ ਫੋਰਸ ਨਹੀਂ ਕਰਾਂਗਾ ਬੱਚੇ ਨੂੰ ਕਿ ਉਹ ਐਕਸਟਰਾ ਆਪਣੀ ਪਾਕਟ ਖਾਲੀ ਕਰੇ ਜਾਂ ਪੇਮੈਂਟ ਦੇ। ਮੈਂ ਕੀ ਚਾਹਾਂਗਾ ਕਿ ਬੱਚਾ ਮੇਰੇ ਕੋਲ ਉਸ ਲੈਵਲ ਦਾ ਸਿੱਖ ਕੇ ਜਦ ਉਹ ਆਪਣਾ ਬ੍ਰੈਡ ਬਟਰ ਜਨਰੇਟ ਕਰਨ ਦੇ ਲਾਇਕ ਹੋ ਗਿਆ ਉਦੋਂ ਸਰਟੀਫਿਕੇਸ਼ਨ ਲਈ ਮੈਨੂੰ ਕਹਿ ਸਕਦਾ ਕਿ ਮੇਰੀ ਸਰਟੀਫਿਕੇਸ਼ਨ ਕਰਾ ਦਿਓ। ਹੁਣ ਮੇਨ ਇੰਪੋਰਟੈਂਟ ਜਿਹੜੀ ਹੈਗੀ ਹੈ ਕੰਸਟ੍ਰੇਂਟ ਅੱਜ ਵੀ ਪਾਕਟ ਦਾ ਹੀ ਹੈ ਕਿ ਬੱਚਿਆਂ ਨੂੰ ਬਹੁਤ ਪ੍ਰੋਬਲਮਸ ਹੈ, ਕੰਸਟ੍ਰੇਂਟਸ ਹੈ, ਔਰ ਕਿੱਥੇ ਮਾਰਕੀਟ ਵਿੱਚ ਹੈਗਾ ਕਿ ਕਾਸਟ ਜ਼ਿਆਦਾ ਲੱਗ ਰਹੀ ਹੈ। ਬਟ ਹੁਣ ਸਕਿਲਡ ਤੋਂ ਪੜ੍ਹਨਾ ਔਰ ਇੱਕ ਲੇਮੈਨ ਤੋਂ ਜਿਹਨੇ ਇੱਕ ਥਿਓਰੀਟੀਕਲ ਸਟੱਡੀਜ਼ ਕੀਤੀ ਉਸ ਤੋਂ ਪੜ੍ਹਨਾ ਉਹਦੇ ਵਿੱਚ ਫਰਕ ਹੈ ਕਿ ਅਗਰ ਮੈਂ ਡਿਜੀਟਲ ਮਾਰਕੀਟਿੰਗ ਵੀ ਦੇ ਰਿਹਾ ਤਾਂ ਆਈ ਕੈਨ ਪ੍ਰੂਵ ਇਟ, ਆਈ ਕੈਨ ਪ੍ਰੋਵਾਈਡ ਦਾ ਐਵੀਡੈਂਸ ਕਿ ਮੇਰੇ ਕੋਲ ਰਿਜ਼ਲਟਸ ਹੈਗੇ, ਮੈਂ ਉਹ ਦਿਖਾ ਕੇ। ਔਰ ਸਾਡੇ ਬੱਚਿਆਂ ਲਈ ਪਲੱਸ ਪੁਆਇੰਟ ਕੀ ਹੈ ਕਿ ਮੇਰੇ ਬੱਚੇ ਲਾਈਵ ਤੇ ਕੰਮ ਕਰਦੇ ਕਿ ਅਗਰ ਉਹ ਵੈਬਸਾਈਟ ਬਣਾ ਰਹੇ हैं तो मेरे को जो वेब प्रोजेक्ट्स आ रहे हैं मैं बच्चे ਨੂੰ ਇਨਵੋਲਵ ਕਰ ਰਿਹਾ। इफ दे आर वर्किंग ऑन डिजाइनिंग क्रिएटिव्स ਤੇ ਹੈ ਤਾਂ ਉਹ ਲਾਈਵ ਤੇ ਕੰਮ ਕਰ ਰਹੇ। ਡਿਜੀਟਲ ਮਾਰਕੀਟਿੰਗ ਹੈ ਉਹ ਲਾਈਵ ਤੇ ਹੈ। ਤਾਂ ਮੈਂ ਬੜੀ ਕਲੀਅਰ ਕਰ ਦੇਣਾ ਚਾਹਨਾ ਗੱਲ ਕਿ ਜਿਹੜੇ ਬੱਚੇ ਮੋਨੇਟਰੀ ਕੰਸਟ੍ਰੇਂਟ ਵਿੱਚ ਵੀ ਹਨ, ਜਿਨ੍ਹਾਂ ਨੂੰ ਪੈਸੇ ਦੀ ਪ੍ਰੋਬਲਮ ਹੈ, ਤਾਂ ਮੈਂ ਫਿਰ ਰਿਪੀਟ ਕਰ ਰਿਹਾ ਕਿ ਮੇਰੇ ਪੈਕੇजेस ਹਨ ਜੋ 1.5 ਲੱਖ ਦਾ ਪ੍ਰੋਗਰਾਮ ਸੀਗਾ ਬਿਫੋਰ ਕੋਵਿਡ ਉਹ ਮੈਂ 60,000 ਦਾ ਦੇ ਰਿਹਾ। ਔਰ ਮੈਂ ਇਹ ਸੋਚਿਆ ਸੀ ਵੀ ਚਲ ਮੈਂ ਅਮਰੀਕਾ ਨਾਲ ਐਕਸਪੈਂਡੀਚਰ ਕਰਕੇ ਆ ਰਿਹਾ ਤਾਂ ਮੈਨੂੰ ਵਧਾ ਦਾਂਗਾ, ਲੇਕਿਨ ਹਲੇ ਵੀ ਮਾਰਕੀਟ ਵਿੱਚ ਮਨੀ ਇਸ਼ੂ ਹੈ। ਤਾਂ ਉਸ ਕੇਸ ਵਿੱਚ ਮੈਂ ਕੀ ਕਰ ਰਿਹਾ ਕਿ ਜਿਹੜਾ ਮੇਰਾ ਬੰਡਲ ਪ੍ਰੋਗਰਾਮ ਹੈ ਉਹਨੂੰ 3 ਮਹੀਨੇ 6 ਮਹੀਨੇ ਔਰ ਸਾਲ ਵਿੱਚ ਆਫਰ ਕਰ ਰਿਹਾ ਕਿ ਉਸ ਬੰਡਲ ਪ੍ਰੋਗਰਾਮ ਦਾ ਜੋ ਕੰਟੈਂਟ ਹੈ ਦੈਟ ਇਜ਼ ਕੰਪਲੀਟ ਗ੍ਰਾਫਿਕ, ਕੰਪਲੀਟ ਵੈਬ, ਕੰਪਲੀਟ ਡਿਜੀਟਲ ਐਂਡ ਬੇਸਿਕ ਵੀਡੀਓ ਐਡੀਟਿੰਗ। ਕਿ ਹੁਣ ਹੋਣਾ ਕੀ ਚਾਹੀਦਾ ਕਿ ਬੱਚੇ ਗੱਲ ਜ਼ਰੂਰ ਕਰਦੇ ਆ कि मेरे को तो ग्राफिक सिखा दो, मेरे को वैब नहीं करना, वैब सिखा दो डिजिटल नहीं करना। ਹੁਣ ਇਹਦਾ ਸਿੰਪਲ ਐਗਜ਼ਾਮਪਲ ਲਓ ਕਿ ਤੁਸੀਂ ਮਾਰਕੀਟ ਨੂੰ ਕੈਟਰ ਕਰਨਾ ਜਾਂ ਤੁਸੀਂ ਕਿਸੇ ਕੋਲ ਜੌਬ ਕਰਨੀ ਹੈ ਤਾਂ ਜਿਹੜਾ ਤੁਹਾਨੂੰ ਜੌਬ ਦੇ ਰਿਹਾ ਉਹ ਚਾਹੁੰਦਾ ਹੈ ਕਿ ਤੁਸੀਂ ਸੋਸ਼ਲ ਮੀਡੀਆ ਦੇ ਕ੍ਰੀਏਟਿਵਸ ਵੀ ਬਣਾਓ, ਤੁਸੀਂ ਸੋਸ਼ਲ ਮੀਡੀਆ ਬੂਸਟਿੰਗ ਵੀ ਕਰੋ, ਤੁਸੀਂ ਵੈਬ ਕੰਟੈਂਟ ਤੇ ਵੀ ਕੰਮ ਕਰੋ ਔਰ ਬੇਸਿਕ ਵੀਡੀਓ ਵੀ ਕਰੋ। ਇਹੀ ਤੁਹਾਡੇ ਕਲਾਇੰਟ ਲਈ ਜ਼ਰੂਰੀ ਹੈ। ਇੱਕ ਬੰਦਾ ਆ ਗਿਆ ਤੁਹਾਡੇ ਕੋਲ, ਉਹ ਕਹਿੰਦਾ ਜੀ ਮੇਰੇ को डिजाइनिंग का काम कराना है, ਉਹਨੇ काम करा लिया, कल ਨੂੰ ਤੁਹਾਡੇ ਕੋਲ ਆ ਗਿਆ ਜੀ मेरे को वेबसाइट बनानी है, आप बोलते मैं तो वेबसाइट करता नहीं, मैं डिजाइनिंग करता नहीं, मैं डिजिटल मार्केटिंग वेब डिजाइनिंग नहीं करता। तो जो दूजे क्लाइंट को चले गया
और दूसरा क्लाइंट बोल रहा है जी मैं आपका सारा काम कर दूंगा, तो ਤੁਹਾਡਾ क्लाइंट तो खत्म हो गया। तो मार्केट ਨੂੰ स्टडी करना एक डाटा साइंस है, मतलब किवें फ्लो हो रहा है, क्लाइंट किवें दा है मार्केट, ਤੁਹਾਨੂੰ स्टडी करना जरूरी है। डिजिटल मार्केटिंग ਤੁਹਾਨੂੰ बहुत चीज़ां लेके आते, एक सर्च इंजन ऑप्टिमाइजेशन ਦਾ बहुत हवा क्रिएट किया होया, बच्चे बहुत डरे हुए हैं। वो चीज़ का कंसैप्ट ਜਿਹੜਾ बड़ा स्मूथली हो सकता है, बड़ा आराम नाल हो सकता है, ਉਹਦੇ 'ਚ ਕੋਈ ਬਰਡਨ ਨਹੀਂ ਹੈ। तो मैं ਜਿਹੜਾ ਬੰਡਲ ਪ੍ਰੋਗਰਾਮ ਦੀ ਗੱਲ ਕਰ ਰਿਹਾ, ਬੰਡਲ ਵਿੱਚ मैं ग्राफिक्स वैब डिजिटल और बेसिक वीडियो सारे ही दे रहे हैं, और वो 60,000 का प्रोग्राम है। ਉਹਦੇ 'ਚ 3 इंस्टॉलमेंट्स है, 20,000 ਦੀ 3 कर लो 3 महीने ਦੀਆਂ, 10,000 ਦੀ कर लो 6 ਮਹੀਨੇ ਦੀਆਂ, ਸਾਲ ਦੀ कर लो 5,000 ਦੀ। बट ਉਹਦੇ 'ਚ ਇੱਕ ਬੇਸਿਕ ਕਮਿਟਮੈਂਟ ਅਸੀਂ ਡਿਮਾਂਡ ਕਰਾਂਗੇ ਵੀ ਬੱਚਾ ਵਿੱਚ ਵਿਡਰਾ ਨਾ ਕਰੇ, ਕਿਉਂਕਿ ਸਾਡੇ ਬੈਚਸ ਖਰਾਬ ਹੁੰਦੇ। ਤਾਂ ਇਹ ਸਾਰਾ ਸਿਸਟਮ ਅਸੀਂ ਇੰਪਲੀਮੈਂਟ ਕਰ ਰਹੇ ਹਾਂ। सर्टिफिकेशन की कॉस्ट अलग है। मेरा बच्चा अगर वेबसाइट पे काम कर रहा है तो लाइव वेबसाइट पे काम करेगा, अपनी लाइव पोर्टफोलियो क्रिएट करेगा, जिन्ना उदो एडवांटेज मिलेगा। कोई सर्टिफिकेशन करना चाह रहा है जो ऑलरेडी फोटोशॉप एक्सपर्ट हैगा, दे कैन अप्रोच मी। कोई प्रीमियर प्रो दा एक्सपर्ट है, कोई आफ्टर इफेक्ट दा, मतलब अडोबे दी जिन्नी भी सर्टिफिकेशंस है, आई एम द प्रॉक्टर फॉर अडोबे नाउ। दैट दिस सेंटर इज ऑथराइज्ड सेंटर फॉर अडोबे एग्जामिनेशन। तो बच्चा मेरे को लाके एग्जाम अपना अपीयर कर सकता है, और रिजल्ट नाल दे नाल ऑनलाइन आंदा, और प्रॉपर सर्टिफिकेशन आंदी है। जे मैं सर्टिफिकेशन दिखावां तो उत्थे तुहानू अडोबे दी सर्टिफिकेशन प्रॉपर मिलेगी। एदे विच आई कैन शो यू दिस। नाउ सी दिस इज द प्रॉपर अडोबे सर्टिफिकेशन विच यू गोइंग टू गेट। हुण जिवें अडोबे दा एक सर्टिफिकेट है मेरे हत्थ विच, ये तुहानू मिलेगा। हुण अडोबे दे विच की ऑप्शंस हैगियां तुहाडे कोल। Now you got all the titles here। ਤੁਹਾਡੇ ਕੋਲ ਪ੍ਰੀਮੀਅਰ ਪ੍ਰੋ, ਤੁਹਾਡੇ ਕੋਲ ਫੋਟੋਸ਼ਾਪ, ਤੁਹਾਡੇ ਕੋਲ ਅਡੋਬ ਇਲਸਟ੍ਰੇਟਰ ਹੈ, ਤੁਹਾਡੇ ਕੋਲ ਡ੍ਰੀਮ ਵੀਵਰ ਹੈ, ਤੁਹਾਡੇ ਕੋਲ ਐਨੀਮੇਟ ਹੈ। ਇਹ ਸਾਰੀ ਸਰਟੀਫਿਕੇਸ਼ਨ ਜਿਹੜੀਆਂ ਹੈਗੀਆਂ ਇਹ ਅਡੋਬੇ ਪ੍ਰੋਵਾਈਡ ਕਰ ਰਿਹਾ, ਠੀਕ ਹੈ। ਤੇ ਉਹ ਸਾਰੀ ਸਰਟੀਫਿਕੇਸ਼ਨ ਤੁਹਾਨੂੰ ਮੇਰੇ ਕੋਲ ਪ੍ਰੋਪਰ ਮਿਲ ਜਾਣਗੀਆਂ। ਜਿਹੜੀ ਗੱਲ ਪੈਕੇਜ ਦੀ ਹੈ, ਪੈਕੇਜ ਕਸਟਮਾਈਜ਼ ਹੋ ਜਾਏਗਾ। 60,000 ਸੁਣ ਕੇ ਨਾ ਡਰੋ, ਉਹਦੀ 5,000 ਮੰਥਲੀ ਇੰਸਟਾਲਮੈਂਟ 1 ਸਾਲ ਦਾ ਪ੍ਰੋਗਰਾਮ ਉਹ ਬਣ ਜਾਏਗਾ। कोई प्रॉब्लम नहीं, सारी असिस्टेंस रहेगी। आई एम ट्रेन ट्वाइस फ्रॉम अमेरिका। मैं 2008 विच भी नैप शो अटेंड किया सी, उदों अडोबे दी ट्रेनिंग कीती सी। तो 2022 च अडोबे मैक्स कैलीफोर्निया लॉस एंजलिस दे विच कन्वेंशन सेंटर इवेंट होया सी, वो मैं लगा के आया। हुण दूजी जिहड़ी चीज़ निकलदी है कि बच्चा ये सोच रहा है कि अभी मेरी कैपेसिटी नहीं है कि मैं इतना कर सकूं, तो ਉਹਦੇ ਲਈ ਸਰ ਉਸ ਦੇ ਲਈ ਵੀ ਤੁਸੀਂ ਤੁਹਾਡਾ ਪੂਰਾ ਸਪੋਰਟ ਹੈਗਾ, ਪੂਰਾ ਸਪੋਰਟ ਹੈ, ਠੀਕ ਹੈ। ਉਹਦੀ ਜੌਬ ਦੀ ਜਿਹੜੀ ਮੈਂ 100% ਗਾਰੰਟੀ ਨਹੀਂ ਦਾਂਗਾ, ਲੇਕਿਨ ਥਰੂ ਆਊਟ ਇੰਡੀਆ ਮੇਰੇ ਕੋਲ ਪਲੇਸਮੈਂਟਸ ਆਉਂਦੀਆਂ, ਮੈਂ ਬੱਚਿਆਂ ਨੂੰ ਪਲੇਸਮੈਂਟ ਵਿੱਚ ਹੈਲਪ ਕਰਾਂਗਾ। ਮੈਂ ਕਹਿਣਾ ਚਾਹ ਰਿਹਾ ਸੀ ਕਿ ਕੋਈ ਕਿਸੇ ਨੂੰ ਬਹੁਤ ਕੰਸਟ੍ਰੇਂਟ ਹੈ, ਉਹ ਕਹਿੰਦਾ ਨਹੀਂ ਮੈਂ ਇਤਨਾ ਖਰਚ ਨਹੀਂ ਕਰ ਸਕਦਾ, ਦੇ ਨਹੀਂ ਸਕਦਾ, ਤਾਂ ਉਹ ਕੱਲਾ ਗ੍ਰਾਫਿਕਸ ਮੇਰੇ ਕੋਲ ਲੈ ਸਕਦਾ। 3 ਮਹੀਨੇ ਦਾ ਕੋਰਸ ਮੈਂ ਉਹ ਪਲਾਨ ਕਰ ਦਾਂਗਾ, 3 ਟੂਲਸ ਉਹਦੇ ਦੇ ਦਾਂਗਾ। 15,000 ਦਾ ਕੋਰਸ ਹੈ, ਔਰ ਮੈਂ ਗ੍ਰਾਫਿਕਸ ਦੇ ਵਿੱਚ ਬੇਸਿਕ ਕ੍ਰੀਏਟਿਵ एनिमेशन भी बच्चे दे रहे हैं। आई एम नॉट चार्जिंग एक्स्ट्रा फॉर दैट। कोई बच्चा है जो मैंने कह रहा है कि मेरी पेइंग कैपेसिटी नहीं है, बट वो प्रिंट प्रोफेशनल बनना चाह रहा है, तो मैं कल्ला एक टूल दे के उन्हें प्रिंट प्रोफेशनल बना दूंगा। दैट टू आई चार्ज ओनली 5,000 फॉर दैट। तो मेरे को ऑप्शन सारियां हैं। जो बच्चा दूरों ही एक मेरी असेसमेंट लगा लेगा दैट आई एम कॉस्टली, तो वो घट्टो घट मेरा प्रोफाइल, मेरी क्वालिफिकेशन 27 ईयर्स मैनू हो गए, 15,000 बच्चा मैं पढ़ा चुके हैं। गूगल सर्टिफाइड हाँ, मैं अडोबे सर्टिफाइड हाँ, तो यूएस तो ट्रेनिंग्स है, तो एक कॉस्ट पई है मैनू, लेकिन मैं एक कमिटमेंट बच्चों को कर सकदा कि जो मेरी डिलीवरेंस रहेगी ਉਹਦੇ ਚ ਮੇਰੇ ਬੱਚੇ ਨੂੰ ਐਕਸਟਰਾ ਕਾਸਟ ਨਹੀਂ ਪਏਗੀ, ਐਕਸਟਰਾ ਲਰਨਿੰਗ ਦੀ ਲੋੜ ਨਹੀਂ ਪਏਗੀ। ਉਹ ਅਡੋਬੇ ਦੀ ਸਰਟੀਫਿਕੇਸ਼ਨ ਦੇ ਐਂਟਾਈਟਲਮੈਂਟ ਤੇ ਪਹੁੰਚ ਜਾਏਗਾ, ਉਹ ਮੈਂ ਕਮਿਟ ਕਰ ਸਕਦਾ। ਤੇ ਸਰ ਇਹ ਬਹੁਤ ਅੱਛੀ ਚੀਜ਼ ਹੈ ਮਤਲਬ ਸਾਡੇ ਸਟੂਡੈਂਟਸ ਲਈ ਕਿ ਮਤਲਬ ਉਹ ਤੁਹਾਨੂੰ ਅਪਰੋਚ ਕਰਨ ਤੇ ਮਤਲਬ ਸਾਰਿਆਂ ਨਾਲ ਅੱਛੀ ਗੱਲ ਹੈ ਕਿ ਮਤਲਬ ਯੂ ਆਰ ਅਪਰੋਚੇਬਲ ਨਾਓ। ਯੈਸ ਆਈ ਐਮ ਅਪਰੋਚੇਬਲ, ਮਤਲਬ ਦੇ ਆਰ ਅਪਰੋਚੇਬਲ ਫॉर ਇੰਟਰਨੈਸ਼ਨਲ ਸਟੈਂਡਰड्स दैट टू इन लुधियाना एंड यू आर नॉट अननोन। मतलब you have such great influence for our students also, for all the batches also. True. So I request all my students to please come and get expertise, get professionalism and rise in your career with the support of sir. मैं एक point add करना चाहूँगा कि स्टूडेंट्स की चाह रहे हैं कि जिमें साड़ी डोमेस्टिक मार्केट है, इंडियन मार्केट है, जो ਉਹਦੇ ਚ अपॉर्चुनिटी नहीं है, तो abroad ਦੀ मार्केट ਵਿੱਚ अपॉर्चुनिटी है। बट आपको ये सवाल खुद को करना है कि क्या आप एलिजिबल हो। अगर आप एलिजिबल हो
तो वो एलिजिबिलिटी क्राइटेरिया क्या है? एक तो आपके स्किल्स काउंट होंगे, हाँ जी, दूसरा आपका पोर्टफोलियो काउंट होगा, तीसरा आपकी सर्टिफिकेशन काउंट होगी। हाँ जी, कि जो बिडिंग बेस्ड वेबसाइट हैगी है, हुण बिहांस अडोबे लेके आ रहा है, फ्रीलांसर है, और बहुत वेबसाइट्स है जिथे बच्चा कम ले सकता है। हुण फर्क की है कि तुहानू अज मार्केट नू कैटर करन लई यू हैव टू बी क्वालीफाइड। हाँ जी, बिकॉज फर्स्ट पॉइंट सब तो वड्डा ये है कि तुसी जॉब लेना चाह रहे हो मार्केट तो, और तुहाडी एलिजिबिलिटी क्राइटेरिया तुसी फुलफिल नहीं कर रहे। हुण दो चीज़ां मैटर करनगे, या तो तुहाडे कोल कंसोलीडेटेड 10-15 साल का एक्सपीरियंस है, या तुसी सर्टिफाइड हो। हुण बच्चे नू सेंटर तो सीख के जो पहली प्रॉब्लम बॉदर करदी है, की करदी फ्रेशर। मेरा बच्चा फ्रेशर नहीं होएगा। दूजा प्लस पॉइंट की होएगा कि जेड़े बच्चे कोल अडोबे सर्टिफिकेशन होएगी, नो वन कैन चैलेंज यू, रैंक ऊपर होगा, और वो इंडिया या अब्रॉड में वो जॉब अपॉर्चुनिटी के लिए तैयार हो गए, मतलब ਉਹਨਾਂ ਨੂੰ ਇੱਕ ਰਿਕਗਨੀਸ਼ਨ ਮਿਲ ਜਾਂਦੀ ਹੈ ਤੁਹਾਡੇ सर्टिफिकेट ਨਾਲ। वेरी ट्रू। ਤੇ ਇਹ ਬਹੁਤ ਅੱਛੀ मतलब ਚੀਜ਼ ਹੈ, ਤੇ ਬੱਚਿਆਂ ਨੂੰ मतलब ਵਿਲਿੰਗਲੀ ਆਣਾ ਚਾਹੀਦਾ ਹੈ, ਤੇ ਆਪਣੇ ਆਪ ਨੂੰ ਇੱਕ ਆਪਣੇ ਲਈ ਵੀ, ਆਪਣੀ ਫੈਮਿਲੀ ਲਈ ਵੀ, ਤੇ ਆਪਣੀ ਕੰਟਰੀ ਲਈ ਵੀ ਇੱਕ ਐਸੈਟ ਬਣਨਾ ਚਾਹੀਦਾ ਹੈ। और एक चीज और क्लियर करदा कि जब मैं स्टूडेंट कह रहे हैं तो स्टूडेंट सिर्फ स्कूल गोइंग, कॉलेज गोइंग स्टूडेंट्स नहीं है। आप जितने भी इस वीडियो को देख रहे हो, सुन रहे हो, इफ यू आर इनटू बिजनेस आल्सो, एंड इफ यू आर नॉट फैमिलियर विद कंटेंट क्रिएशन, विद डिजिटल मार्केटिंग, यू विल बी इन अ फिक्स। बिकॉज होना की है कि जेडे प्रोफेशनल मार्केट आणगे 15,000, 20,000, 25,000 तो घट नहीं आणगे, और तुसी अपना बिजनेस होल्ड कर रहे हो, स्टार्टअप स्टेज से हैगे हो, तो तुसी जे लर्निंग कर लेंदे हो तो तुसी 20,000 भी जे महीना कॉस्ट काउंट करते हो तो 2.5 लाख के करीब तुसी ऑलमोस्ट सेव कर सकते हो। तो बेटर है कि जे तुहाडे बिजनेस है तो तुसी खुद अपने आप को ट्रेन करो। मेरे को वड्डे वड्डे बिजनेसमैन जो लेडीज हैं या कर रहे हैं, अपना बिजनेस कर रहे हैं, वो मेरे को ट्रेनिंग लिए आ रहे हैं, तो तुसी एक बार मिलो, मेरे नाल गल करो, ठीक है। BRS नगर में बैठे हैं, ऑफिस तुहानू दिखेगा, एड्रेस वगैरह, मेरी वीडियो सारा कुछ, मेरे कॉन्टैक्ट नंबर तुहानू दिख जाएंगे। तो तुसी एक बार प्लीज रिक्वेस्ट है कि आके मिलो, आइडिया लो। ज्वाइन करना इज नॉट मैंडेटरी, बट तुहाडी अवेयरनेस होनी तुहाडे लई जरूरी है, तुहाडे बच्चों लई जरूरी है, साडी सोसाइटी लई जरूरी है। बिकॉज कंस्ट्रेंट बहुत है, वड्डे वड्डे कंपनियां ले ऑफ कर रही हैं, तो तुहानू टेक्निकली जिन्ना जल्दी एज सुन एज पॉसिबल तुसी साउंड कर लोगे खुद नू, तुहाडे कोल अपॉर्चुनिटीज मार्केट होर ज्यादा आउणगे। तो मैं यही कह सकदा। थैंक यू मच। थैंक यू।